अस्सलाम वालेकुम वालेकुम सलाम। भाईजान की हाल चाल है? अल्हम्दुलिल्लाह, शुक्र अल्लाह वाला। भाई की नाम अपना? सुल्तान सुल्तान भाई इलाका केड़ा है? सियालकोट। माशाल्लाह। सुल्तान भाई थोड़ा अगर ऊंचा बोलोगे तो नाज़रीन ਨੂੰ सही आवाज जाएगी। ठीक। अच्छा सुल्तान भाई माशाल्लाह किन्ने की जानवर रखे ने? माशाल्लाह 13 मੱਝਾਂ ਨੇ ਸਾਡੇ ਕੋਲ, 10 ਗਾਈਆਂ ਨੇ अच्छा ਜੀ, ਤੇ ਮਾਲ ਬੱਚਾ ਛੋਟੇ ਛੋਟੇ ਵੱਡੇ ਨੂੰ 30 35 ਹੋ ਜਾਂਦੇ ਨੇ। यानी छोटे बड़े मिला के 30 35 ਤੁਹਾਡੇ जानवर जी। हो जाते हैं। 13 ਮੱਝਾਂ और 10 ਗਾਈਆਂ ਇਹਨਾਂ ਚ ਦੁੱਧ ਦੇਣ ਵਾਲੇ ਕਿੰਨੇ ਨੇ? ਦੁੱਧ ਦੇਣ ਵਾਲੇ ਮਾਸ਼ਾल्लाह ਸਾਰੇ ਹੀ ਨੇ ਸਾਰੇ ਨੇ? ਜੀ ਬਿਲਕੁਲ यानी 23 जानवर ਦੁੱਧ ਵੀ ਦੇ ਰਹੇ ਨੇ। ਜੀ ਬਿਲਕੁਲ। ਅੱਛਾ ਸਰ ਤੁਸੀਂ ਨਾਜ਼ਰੀਨ ਨੂੰ ਸਭ ਤੋਂ ਪਹਿਲੇ ਇਹ ਦੱਸੋ ਕਿ ਕਿੰਨੇ ਅਰਸੇ ਤੋਂ ਇਹ ਕੰਮ ਤੁਸੀਂ ਕਰ ਰਹੇ ਹੋ? ਜੇ ਇਹ ਕੰਮ ਸਾਡੇ ਦਾਦਾ ਬੂ ਵੀ ਕਰਦੇ ਸਨ, ਅਬੂ ਵੀ ਕਰਦੇ ਤੇ ਅਲਹਮਦੁਲਿल्लाह ਅਸੀਂ ਵੀ ਕਰਨੇ ਪਏ। ਮਾਸ਼ਾਅੱਲਾ। ਤੇ ਕਿੰਨੇ ਅਫਰਾਦ ਮਿਲ ਕੇ ਇਹਨਾਂ ਨੂੰ ਸੰਭਾਲ ਰਹੇ ਹੋ? ਮਾਸ਼ਾल्लाह 3 ਭਾਈ ਅਸੀਂ ਆ ਤੇ ਨਾਲ ਅਬੂ ਜੀ ਨੇ, 4 ਜਣੇ ਲੱਗੇ ਨੇ ਯਾਨੀ ਖੁਦ ਹੀ ਕਰਦੇ ਹੋ? ਜੀ ਬਿਲਕੁਲ। ਸਾਰਿਆਂ ਨੇ ਕੰਮ ਵੰਡੇ ਨੇ? ਜੀ ਬਿਲਕੁਲ। ਕਿਹੜੇ ਬਾਈ ਕਿਹੜੇ ਬੰਦੇ ਦਾ ਕੀ ਕੀ ਕੰਮ ਹੈ? ਮੈਂ ਤਾਂ ਡੇਰੇ ਹੁੰਨਾ, 2 ਭਾਈ ਜਿਹੜੇ ਪੱਠੇ ਲੈਣ ਜਾਂਦੇ ਤੇ ਅਬੂ ਜੀ ਵੀ ਜਾਂਦੇ ਨਾਲ। ਠੀਕ ਅਬੂ ਹੈ। ਜੀ ਨੇ ਆਣਾ ਫਿਰ ਬਾਅਦ ਸ਼ੌਕ ਦਿਨ ਚਲੇ ਜਾਣਾ। ਤੁਸੀਂ ਦੁੱਧ ਦੀ ਸੇਲ ਪਰਚੇਜ਼ ਵੀ ਕਰਦੇ ਹੋ? ਜੀ ਬਿਲਕੁਲ। ਠੀਕ ਹੈ। ਅੱਛਾ ਸਰ ਓਵਰਆਲ ਇਹ ਦੱਸੋ ਕਿ ਤੁਸੀਂ ਇਸ ਕਾਰੋਬਾਰ ਨੂੰ ਕਿਹਦਾ ਕਾਰੋਬਾਰ ਪਾਉਂਦੇ ਹੋ? ये पहला बेनिफिट तो है कि कारोबार अपना कोई रोक टोक नहीं है। ਜ਼ਬਰਦਸਤ ਜ਼ਿੰਦਾਬਾਦ। दूसरा है कि जेडे अजकल नौजवान ने मजदूरी करना या पढ़े लिखे ने जेडे वो ज़्यादा कम ते ज़रा जेन रखन ते कम बेस्ट है उन्होंने लिए। ते दूसरा है कि वारागर्दी या दूसरा अपना कारोबार है जाना कोई और कोई चीज़ नहीं। एदा बेनिफिट है कि चीज़ थोड़ी अपनी दुध थोड़े घर दा होना, ਯਾਨੀ ਬਾਦਸ਼ਾਹ। यानी कि कैमिकल वाला दुध जेड़ा बाजार मिलता ओहदी तुसीं बाजी हो ਠੀਕ ਹੈ। ਤੁਹਾਡੀ ਫੈਮਿਲੀ, ਤੁਹਾਡੇ ਘਰ ਵਾਲੇ ਹੋਰ ਸਾਰੇ ਤੇ ਸਾਡੇ ਅਲਹਮਦੁਲਿल्लाह ਪੁਰਾਣੇ ਕਾਫੀ ਅਰਸੇ ਦੇ ਦੁੱਧ ਲੱਗੇ ਹੋਏ ਨੇ ਤੇ ਉਹੀ ਆ ਕੇ ਲੈ ਕੇ ਜਾਂਦੇ ਨੇ। ਯਾਨੀ ਤੁਹਾਡੇ ਕਸਟਮਰ ਵੀ ਪੁਰਾਣੇ ਨੇ? ਜੀ ਬਿਲਕੁਲ, ਕੋਈ ਨया ਕਸਟਮਰ ਨਹੀਂ ਰੱਖਿਆ ਹੋਇਆ। ਉਹਦੀ ਕੀ ਖਾਸ ਵਜ੍ਹਾ ਹੈ ਕਿ ਤੁਹਾਡੇ ਕਸਟਮਰ ਨਹੀਂ ਬਦਲਦੇ? ਇਹੀ ਦੁੱਧ ਦੀ ਵਜ੍ਹਾ ਹੈ। ਅੱਛਾ ਦੁੱਧ ਦਿੰਦੇ ਹੋ? ਜੀ ਬਿਲਕੁਲ। ਠੀਕ ਹੈ। ਅੱਜ ਕੱਲ ਤੁਹਾਨੂੰ ਇੱਥੇ ਦੁੱਧ ਦਾ ਕੀ ਰੇਟ ਮਿਲਦਾ ਹੈ? ਦੁੱਧ ਦਾ ਇੱਥੇ ਅਸੀਂ ਦੇ ਰਹੇ ਹਾਂ 120 ਰੁਪਏ। ਠੀਕ ਹੈ। ਜੀ ਬਿਲਕੁਲ। ਮਿਕਸ ਨਹੀਂ, ਜਾਂ ਲੈਦਾ ਲੈਦਾ? ਲੈਦਾ ਗਾय ਦਾ ਵੀ ਤੇ ਮੱਝ ਦਾ ਵੀ ਜੀ। ਇੱਕ ਹੀ ਰੇਟ ਹੈ? ਜੀ ਬਿਲਕੁਲ। ਠੀਕ ਹੈ। ਕੁਝ ਲੋਕ ਆਂਦੇ ਨੇ ਗਾय ਦਾ ਦੁੱਧ ਨਹੀਂ ਸੇਲ ਹੁੰਦਾ, ਤੁਹਾਡਾ ਕੀ ਖਿਆਲ ਹੈ? ਜੀ ਸੇਲ ਸਭ ਕੁਝ ਹੋ ਜਾਂਦਾ ਹੈ, ਬਸ ਚੀਜ਼ ਅੱਖੀ ਵੇਖੀ ਹੋਣੀ ਚਾਹੀਦੀ ਹੈ। ਜਿਹੜੇ ਲੈ ਕੇ ਜਾਂਦੇ ਸਾਡੇ ਕੋਲ ਸਾਹਮਣੇ ਚਵਾ ਕੇ ਫੇਰ ਲੈ ਕੇ ਜਾਂਦੇ ਨੇ। ਠੀਕ ਹੈ। ਜੀ ਤੇ ਜ਼ਿਆਦਾ ਗਾਂ ਦਾ ਦੁੱਧ ਬੱਚਿਆਂ ਨੂੰ ਲੈ ਕੇ ਜਾਂਦੇ ਨੇ। ਠੀਕ ਹੈ। ਜੀ ਅੱਜ ਕੱਲ ਮਾਸ਼ਾਅੱਲਾ ਰੋਜ਼ਾਨਾ ਦਾ ਕਿੰਨਾ ਕੁ ਦੁੱਧ ਹੋ ਜਾਂਦਾ ਹੈ? ਮਾਸ਼ਾਅੱਲਾ 2-2.5 ਮਣ ਦੁੱਧ ਹੋ ਜਾਂਦਾ ਰੋਜ਼ਾਨਾ ਦਾ? ਜੀ ਬਿਲਕੁਲ। 2.5 ਮਣ ਦੁੱਧ ਤੁਸੀਂ ਜਾਨਵਰਾਂ ਕੋਲ ਰੋਜ਼ਾਨਾ ਲੈ ਰਹੇ ਹੋ? ਜੀ ਇਹਨਾਂ ਜਾਨਵਰਾਂ ਨੂੰ ਰੋਜ਼ਾਨਾ ਕੀ ਖਿਲਾਉਂਦੇ ਪਿਲਾਉਂਦੇ ਹੋ? ਕਿਹੜਾ ਪੱਠਾ ਪਾਉਂਦੇ ਹੋ? ਜੀ ਇਹਨਾਂ ਲਈ ਹੁਣ ਸਟਾਲਾ ਸ਼ੁਰੂ ਕੀਤਾ ਜੇ। ਸਟਾਲਾ ਕਮਾਦ ਤੇ ਸੂੜੀ ਤੇ ਚੋਕੜ ਤੇ ਕਰਾ ਤੇ ਜ਼ਿਆਦਾਤਰ ਬੜੇਵੇਂ ਨਹੀਂ ਖਾਲਤੇ, ਰੋਟੀਆਂ ਵੀ ਨੇ ਸ਼ਾਮ ਨੂੰ ਵਿੱਚ। ਯਾਨੀ ਤੁਸੀਂ ਵੰਡਾ ਵੀ ਇਸਤੇਮਾਲ ਕਰ ਰਹੇ ਹੋ ਤੇ ਨਾਲ ਸਟਾਲਾ ਵੀ ਪਾ ਰਹੇ ਹੋ? ਜੀ ਬਿਲਕੁਲ। ਤੇ ਨਾਲ ਤੂੜੀ ਵੀ ਪਾ ਰਹੇ ਹੋ? ਜੀ ਕਿੰਨਾ ਵੀ ਸਟਾਲਾ ਲੱਗ ਜਾਂਦਾ ਰੋਜ਼ਾਨਾ ਔਰ ਕਿੰਨੀ ਤੂੜੀ ਲੱਗਦੀ ਹੈ? ਤੂੜੀ ਮਾਸ਼ਾਅੱਲਾ ਹੋ ਜਾਂਦੀ ਜੇ। ਤੂੜੀ ਤੇ ਪਾਈ ਦਾ ਜਾਨੀ ਕਿ 1.5 ਮਣ 2 ਮਣ ਜਿਵੇਂ ਕਮਾਦ ਨਾਲ ਲੈ ਕੇ ਆਈਏ। ਹੈ। ਜਿਵੇਂ ਕਮਾਦ ਲੈ ਕੇ ਕਮਾਦ ਆਂਦਾ ਸਾਡਾ ਕੋਈ 4 ਤੋਂ 5 ਮਣ ਜਿਹੜਾ ਨਾ ਜ਼ਿਆਦਾ ਹਾਂ। ਕਮਾਦ ਤੇ ਸਟਾਲਾ ਤੇ ਆ ਜਾਂਦਾ ਕੋਈ 8 ਮਣ। ਠੀਕ ਹੈ। ਯਾਨੀ 8 ਮਣ ਸਟਾਲਾ ਪੱਕਾ ਹੈ ਜੀ ਬਿਲਕੁਲ। ਤੇ ਜੇ ਤੁਸੀਂ 5 ਮਣ ਕਮਾਦ ਨਾਲ ਲਿਆਓ ਤੇ ਫਿਰ 1.5 ਮਣ ਤੂੜੀ ਪਾਣੀ ਪੈਂਦੀ। ਜੀ ਤੇ ਜੇ 5 ਮਣ ਕਮਾਦ ਲਿਆਓ ਤੇ ਫਿਰ ਤੂੜੀ ਕਿੰਨੀ ਪੈਂਦੀ? ਤੂੜੀ ਫੇਰ ਨਹੀਂ ਪਾਈਦਾ, ਫਿਰ ਤੂੜੀ ਨਹੀਂ ਫਿਰ ਬਸ ਪਾਈਦੀ? ਗਤਾਵਾ ਕਰਦਾ ਤੂੜੀ ਦਾ। ਗਤਾਵਾ ਜੀ। ਥੋੜੀ ਬਹੁਤੀ ਰਲਾ ਬੰਡਲ ਜਿਹੜੇ ਮਿਲੇ ਹੁੰਦੇ ਉਹ। ਸਹੀ ਹੋ ਗਿਆ। ਜੀ ਅੱਛਾ ਭਾਈ ਇਹ ਦੱਸਿਓ ਕਿ ਤੁਸੀਂ ਆਪਣੇ ਜਾਨਵਰਾਂ ਨੂੰ ਇਹਨਾਂ ਪੱਠਾ ਪਾਉਣ ਦੇ ਨਾਲ ਵੰਡਾ ਕਿੰਨਾ ਕੁ ਦੇ ਰਹੇ ਹੋ? ਬੰਡਾ ਬੋਰੀ ਜੇ ਨਾ ਚੋਕਰ ਦੀ ਹੁੰਦੀ ਹੈ ਇੱਕ ਟਾਈਮ ਦੀ ਠੀਕ ਹੈ। ਜੀ, ਤੇ ਅੱਧੀ ਬੋਰੀ ਸੂਰੀ ਦੀ ਹੁੰਦੀ ਹੈ ਠੀਕ ਹੈ। ਜਿਹੜੀ ਹੈ 40 ਕਿਲੋ 38 ਕਿਲੋ ਦੀ ਹੈ। ਸਹੀ ਹੈ। ਜੀ ਸੂਰੀ ਭੇ ਕੇ ਪਾਉਂਦੇ ਹੋ ਜਾਂ ਸੁਕਾ ਸੁੱਕੀ? ਸੁਕਾ ਕੇ ਜੀ। ਸੁੱਕੀ ਪਾਉਂਦੇ? ਤੇ ਇਸ ਤੋਂ ਇਲਾਵਾ ਰੋਟੀਆਂ ਵਗੈਰਾ ਕਿੰਨੀਆਂ ਕੁ ਪਾਉਂਦੇ? ਰੋਟੀਆਂ ਤੇ ਖਲ ਭੇ ਕੇ। ਉਹ ਕਿੰਨੀਆਂ ਕੁ ਪਾ ਛੱਡਦੇ ਹੋ? ਰੋਟੀਆਂ ਨੇ ਕੋਈ 10-12 ਕਿਲੋ 10-12 ਕਿਲੋ? ਜੀ, ਤੇ ਖਲ ਕੋਈ 20 ਕਿਲੋ ਖਲ ਲਾ ਲਓ। ਠੀਕ ਹੈ। ਜੀ ਸਾਰੇ ਜਾਨਵਰਾਂ ਨੂੰ ਵੰਡਾ ਪਾ ਰਹੇ ਹੋ ਜਾਂ ਸਿਰਫ ਦੁੱਧ ਦੇਣ ਵਾਲਿਆਂ ਨੂੰ ਪਾਉਂਦੇ ਹੋ? ਦੁੱਧ ਦੇਣ ਵਾਲਿਆਂ ਨੂੰ ਦੋ ਵੰਡਾ ਪਾਈਦਾ, ਜਿਹੜੇ ਦੂਸਰੇ ਨੇ ਉਹਨਾਂ ਨੂੰ ਸਾਦਾ ਵੰਡਾ ਪਾਈਦਾ। ਉਹਨਾਂ ਨੂੰ ਖਲ ਤੇ ਰੋਟੀਆਂ ਨਹੀਂ ਪਾਈਦਾ। ਉਹਨਾਂ ਨੂੰ ਸਿਰਫ ਸੂੜੀ ਤੇ ਵੰਡਾ ਚੋਖਰ ਪਾਉਂਦੇ ਜੀ ਹੋ? ਬਿਲਕੁਲ। ਠੀਕ ਹੈ। ਸਾਰੀਆਂ ਚੀਜ਼ਾਂ ਮਿਲਾ ਕੇ ਤੁਹਾਡਾ ਇਹਨਾਂ ਜਾਨਵਰਾਂ ਤੇ ਰੋਜ਼ਾਨਾ ਕਿੰਨਾ ਕੁ ਖਰਚਾ ਆ ਜਾਂਦਾ ਹੈ? ਖਰਚੇ ਮਾਸ਼ਾਅੱਲਾ ਕਾਫੀ ਆ ਜਾਣ, ਲੇਕਿਨ ਹੈ ਕਿ ਖਰਚਾ ਨਹੀਂ ਦੇਖੀਦਾ, ਪਹਿਲਾਂ ਇਹਨਾਂ ਦਾ ਪੇਟ ਦੇਖੀਦਾ ਕਿ ਇਹ ਫੁੱਲ ਗਏ। ਕਿਉਂਕਿ ਦੇਣਾ ਰੱਬ ਦੀ ਜ਼ਾਤ ਨੇ ਵੇ ਜਾਨਵਰਾਂ ਨੇ, ਤੇ ਚਲੋ ਜੋ ਕਰਨਾ ਨਾ ਕਰਨਾ ਹੀ ਹੈ। ਵਾਹ ਕੀ ਹੋ ਬੜੀ ਜ਼ਬਰਦਸਤ ਗੱਲ ਕੀਤੀ ਸਰ ਤੁਸੀਂ ਕਿ ਦੇਣਾ ਤੇ ਰੱਬ ਦੀ ਜ਼ਾਤ ਨੇ, ਲੇਕਿਨ ਪਹਿਲੇ ਇਹਨਾਂ ਦਾ ਪੇਟ ਭਰਨਾ ਹੈ। ਜੀ ਬਿਲਕੁਲ। ਠੀਕ ਹੈ। ਇਹ ਖਰਚੇ ਕਰ ਕਰਾ ਕੇ ਜਿਸ ਤਰ੍ਹਾਂ ਤੁਸੀਂ ਦੱਸਿਆ ਫਿਰ ਰੱਬ ਦੀ ਜ਼ਾਤ ਤੁਹਾਨੂੰ ਕੀ ਦੇ ਰਹੀ ਹੈ? ਜੀ ਅਲਹਮਦੁਲਿल्लाह ਸਾਡੇ ਅਬੂ ਜੀ ਇਹਨਾਂ ਹਿਸਾਬ ਤਾਂ ਉਹੀ ਰੱਖਦੇ ਨੇ, ਪਰ ਫਿਰ ਵੀ ਇਹਨਾਂ ਦੂਸਰੇ ਜਿਹੜੇ ਬਾਹਰ ਦੇ ਮੁਲਕ ਵੀ ਗਏ ਨੇ ਉਹਨਾਂ ਨੂੰ ਫਿਰ ਵੀ ਕੰਮ ਇੱਥੇ ਬਿਹਤਰ ਹੈ। ਯਾਨੀ ਤੁਹਾਡਾ ਬਿਹਤਰੀਨ ਚਮਾ ਬੰਨਿਆਂ ਦੀ ਜਿਹੜੀ ਉਹ ਤਨਖਾਹ ਨਿਕਲ ਜਾਂਦੀ ਅੱਛੀ? ਜੀ ਅਲਹਮਦੁਲਿल्लाह। ਮਾਸ਼ਾਅੱਲਾ। ਅੱਛਾ ਸਰ ਇਸ ਤੋਂ ਇਲਾਵਾ ਸਾਨੂੰ ਇਹ ਦੱਸੋ ਕਿ ਤੁਸੀਂ ਜਾਨਵਰ ਕਿਹੜੀ ਨਸਲ ਦੇ ਰੱਖੇ ਨੇ?
ਜਾਨਵਰ ਦੇਸੀ ਤੇ ਕੋਈ ਨਹੀਂ, ਵੈਰਾਈਟੀ ਨੇ ਕੁਝ ਦੋਗਲੀਆਂ ਗਾਈਆਂ ਨੇ। ਅੱਛਾ। ਉਹ ਜਿਹੜਾ ਬੱਚਾ ਅਸੀਂ ਰੱਖਿਆ ਉਹ ਕੁਰਬਾਨੀ ਲਈ ਰੱਖਿਆ। ਸਭ ਤੋਂ ਸਾਡਾ ਵੱਡਾ ਬੈਨੀਫਿਟ ਇਹ ਹੈ ਕਿ ਅਸੀਂ ਇੱਕ ਜਾਨਵਰ ਐਸਾ ਰੱਖਣਾ ਹੈ ਜਿਹੜਾ ਕੁਰਬਾਨੀ ਦੇ ਸਕੀਏ। ਠੀਕ ਹੈ। ਸਭ ਤੋਂ ਪਹਿਲਾਂ ਰੱਖਿਆ ਯਾਨੀ ਤੁਹਾਨੂੰ ਜਾਨਵਰ ਰੱਖਣ ਦਾ ਕਿਆ ਵੀ ਫਾਇਦਾ ਹੈ ਕਿ ਤੁਸੀਂ ਕੁਰਬਾਨੀ ਵੀ ਦੇ ਸਕਦੇ ਹੋ ਜੀ ਬਿਲਕੁਲ। ਤੇ ਹਾਲਸ ਦੁੱਧ ਪੀਂਦੇ ਹੋ ਤੇ ਲੋਕਾਂ ਨੂੰ ਹਾਲਸ ਦੁੱਧ ਪਿਲਾਉਂਦੇ ਹੋ, ਯਾਨੀ ਇੱਕ ਸਰਵਿਸ ਵੀ ਦੇ ਰਹੇ ਹੋ ਤੇ ਕਾਰੋਬਾਰ ਦਾ ਕਾਰੋਬਾਰ ਤੇ ਸ਼ਾਹੀ ਦੀ ਸ਼ਾਹੀ। ਜੀ ਬਿਲਕੁਲ। ਜ਼ਿੰਦਾਬਾਦ। ਅੱਛਾ ਸਰ, ਇਹ ਦੱਸੋ ਕਿ ਟੋਟਲ ਕਿੰਨੀ ਜਗ੍ਹਾ 'ਚ ਜਾਨਵਰ ਰੱਖੇ ਨੇ? ਇਹ ਸਾਡੀ ਇਹ ਟੋਟਲ ਜਗ੍ਹਾ 15 ਮਰਲੇ ਜਗ੍ਹਾ ਹੈ ਅੱਛਾ। ਤੇ ਦੂਸਰੀ ਉਹ ਜਗ੍ਹਾ ਸਾਹਮਣੇ ਅੱਛਾ। ਕੁਝ ਡੰਗਰ ਸਾਡੇ ਉੱਥੇ ਵੀ ਨੇ। ਉੱਥੇ ਵੀ ਨੇ ਜੀ ਉਹ ਬਾਹਰ, ਉਹ ਬੱਕਰੀ ਵੇਲੀ ਹੈ ਜੀ ਉਹ ਜਿਹੜੀ ਤਮੀਰਸ਼ੁਦਾ ਨਜ਼ਰ ਆਉਂਦੀ? ਜੀ ਬਿਲਕੁਲ। ਠੀਕ ਹੈ। ਉੱਥੇ ਛੋਟੇ ਜਾਨਵਰ ਰੱਖਦੇ ਹੋ? ਨਹੀਂ, ਉੱਥੇ ਵੀ ਮੱਝਾਂ ਨੇ, ਨਾ ਕੁਝ ਛੋਟੇ ਵੀ ਨੇ। ਅੱਛਾ, ਚਲੋ ਉੱਥੇ ਵੀ ਕੈਮਰਾ ਲਗਾਵਾਂਗੇ ਇਸ ਤੋਂ ਬਾਅਦ। ਅੱਛਾ ਸਰ, ਇਹ ਦੱਸੋ ਕਿ ਉਹ ਵਾਲੀ ਤੇ ਇਹ ਵਾਲੀ ਕੁੱਲ ਮਿਲਾ ਕੇ ਕਿੰਨੀ ਬਣੀ? ਤੇ 15 ਉਹ ਤੇ 15 ਗਿਆ ਜੀ। 3 ਮਰਲੇ? ਜੀ 3 ਮਰਲੇ 'ਚ 30 ਜਾਨਵਰ ਸੰਭਾਲ ਰਹੇ ਹੋ ਤੁਸੀਂ? ਜੀ ਬਿਲਕੁਲ। ਯਾਨੀ 30 ਜਾਨਵਰ ਨੂੰ ਕਮ ਸੇ ਕਮ ਇੱਕ ਮਰਲਾ ਜਗ੍ਹਾ ਜਿਹੜੀ ਨਾ ਅਰੇਂਜਮੈਂਟ ਵਾਸਤੇ ਹੋਣੀ ਚਾਹੀਦੀ ਹੈ। ਬਿਲਕੁਲ। ਇਹ ਖੁਰਲੀ ਕਿੰਨੀ ਲੰਬੀ ਔਰ ਇਹ ਤੇ ਕਿੰਨੇ ਜਾਨਵਰ ਬੰਦੇ ਜਾ ਸਕਦੇ ਨੇ? ਇਹ ਖੁਰਲੀ ਲੰਬੀ ਵੀ ਤਕਰੀਬਨ 20 ਫੁੱਟ ਜਾਂ 25 ਫੁੱਟ ਲੰਬੀ ਹੋਣੀ ਹੈ। ਅੱਛਾ। ਇਹ ਤੇ ਕਿੰਨੇ ਜਾਨਵਰ ਆਉਂਦੇ ਨੇ? ਜਾਨਵਰ ਤੁਹਾਡੇ ਸਾਹਮਣੇ ਦੇਖ ਲਓ। ਐ ਨੇ ਮੇਰੇ ਹੱਥ 'ਚ ਕੋਈ 15 ਕੁ ਜਾਨਵਰ ਹਨ ਜੀ। ਤੇ ਪਹਿਲੇ ਪਾਸੇ 2-3 ਬੈਰੀਆਂ ਹੁੰਦੀਆਂ ਛੋਟੀਆਂ। ਠੀਕ ਹੈ, 15 ਲਾ ਲਓ, 15 ਉਹ 16 ਵੀ ਘਰ ਦੇ। ਦੂਸਰੀ ਗੱਲ ਹੈ ਕਿ ਸਾਡੀਆਂ ਸਾਰੀਆਂ ਮੱਝਾਂ ਘਰ ਦੀਆਂ ਨੇ, ਬਾਹਰ ਦੀਆਂ ਨੇ। ਘਰ ਦੀਆਂ ਨੇ? ਜੀ ਬਿਲਕੁਲ। ਕਿੰਨੇ ਸਾਲਾਂ ਤੋਂ ਤੁਸੀਂ ਇਹ ਨਸਲ ਸੰਭਾਲ ਰਹੇ ਹੋ? ਇਹਨਾਂ ਸਮੇਂ ਦਾਦਾ ਬੁਲੇ ਦੇ ਟਾਈਮ ਦੀ ਹੈ। ਤੇ ਇਹਦੇ 'ਚ ਤੁਹਾਨੂੰ ਰੋਜ਼ਾਨਾ ਦਾ ਕਿੰਨਾ ਕੁ ਦੁੱਧ ਮਿਲ ਜਾਂਦਾ ਫੀ ਜਾਨਵਰ? ਯਾਨੀ ਮੱਝ ਤੁਹਾਡੀ ਕਿੰਨਾ ਕੁ ਦੁੱਧ ਦਿੰਦੀ ਪਿਓਸਤਨ? 14 ਕਿਲੋ 15 ਕਿਲੋ ਮਿਲ ਜਾਂਦਾ। 14-15 ਕਿਲੋ ਫੀ ਜਾਨਵਰ ਤੁਹਾਨੂੰ ਦੁੱਧ ਮਿਲ ਜੀ ਰਿਹਾ? ਬਿਲਕੁਲ। ਤੇ ਜਿਹੜੀਆਂ ਗਾਈਆਂ ਨੇ ਉਹਨਾਂ ਨੇ ਤਾਂ ਮਾਸ਼ਾਅੱਲਾ ਕਾਫੀ ਇਹਨਾਂ ਤੋਂ 15-16 ਇਹਨਾਂ ਤੋਂ ਉਹਨਾਂ ਦਿੱਲੀ ਦਾ ਦੋਨੋਂ ਟਾਈਮ ਦਾ ਟੋਟਲ? ਦੋਨੋਂ ਟਾਈਮ ਯਾਨੀ ਮੱਝ ਤੁਹਾਡੀ 14 ਕਿਲੋ ਤੱਕ ਹੈ ਔਰ ਗਾਂ 16 ਕਿਲੋ ਤੱਕ? ਜੀ। ਠੀਕ ਹੈ। ਅੱਜ ਤੱਕ ਤੁਹਾਡੀ ਜਿਹੜੀ ਚੰਗੇ ਤੋਂ ਚੰਗਾ ਜਾਨਵਰ ਰਿਹਾ ਉਹਨੇ ਹਾਈਐਸਟ ਕਿੰਨਾ ਦੁੱਧ ਦਿੱਤਾ ਹੈ ਮੱਝਾਂ 'ਚ ਤੇ ਗਾਈਆਂ 'ਚ? ਹਾਂ ਯਸ, ਸਾਡੀਆਂ ਨਾਲ ਦੀ ਗਾਈਆਂ। ਅੱਛਾ। ਜੀ ਆ ਇਹ ਵਾਲੀ? ਜੀ ਅੱਛਾ, ਇਹ ਡੱਬੀ। ਜੀ। ਹੂੰ। ਇਹਦਾ 18 ਕਿਲੋ ਦੁੱਧ ਤੱਕ ਹੈ। ਇਹਦਾ 18 ਤੱਕ ਹੀ ਹੈ ਤੇ ਮੱਝਾਂ ਤੋਂ? ਮੱਝਾਂ ਨੇ ਸਾਡੀ ਉਹ ਪਰਲੀ ਸਾਈਡ ਵਾਲੀ ਨੱਕ ਵਾਲੀ ਹੈ, अच्छा, ਉਹ ਇਹਨਾਂ ਤੋਂ ਕਾਫੀ ਜ਼ਿਆਦਾ ਹੈ। आओ जरा इनकी जो कहाँ तक ये गई है? 18 किलो 18 किलो तक। ते हूँ अगर है ताज़ी इस टाइम कितना दे रही है? ਇਸ ਟਾਈਮ ਇਹਦਾ ਦੁੱਧ ਦੇ ਰਿਹਾ 12 ਕਿਲੋ। किन्ने महीने हो गए उसमें? ਸਾਨੂੰ ਤੇ 5 ਮਹੀਨੇ ਹੋ ਗਏ। 5वें महीने च 12 किलो दे रही है। ਜੀ। ये सूए किन्ने हो गए ने? ਇਹ ਸੂਏ ਹੋ ਗਏ ਨੇ 7। यानी 7 सूए हो के भी ਤੁਹਾਨੂੰ 12 किलो ਦੁੱਧ ਦੇ ਰਹੀ ਹੈ। ਅੱਛਾ, ਤੁਸੀਂ ਆਪਣੀ ਕੱਟੀਆਂ ਬੱਚਿਆਂ ਦੇ ਬਾਰੇ ਦੱਸੋ ਕਿ ਕਿਆ ਤੁਸੀਂ ਛੋਟੇ ਹੀ ਵੇਚ ਛੱਡਦੇ ਹੋ ਜਾਂ ਵੱਡੇ ਕਰਕੇ ਵੇਚਦੇ ਹੋ? ਜੀ ਵੇਚੇ ਤੇ ਕੋਈ ਨਹੀਂ, ਕਿਉਂਕਿ ਸਾਰਾ ਮਾਲ ਸਾਡਾ ਘਰ ਦਾ। ਅੱਛਾ ਜੀ। ਤੇ ਇਹ ਨੇ ਇਹਨਾਂ ਨੇ ਮਾਲ ਦਾ ਵਿੱਚ। ਅੱਛਾ। ਬਾਕੀ ਸਾਰੇ ਮਾਲ ਘਰ ਦਾ। ਕੁਝ ਕੱਟੀਆਂ ਉਹ ਨੇ, ਕੁਝ ਨੇ ਕੋਈ ਇੱਕ ਦੋ ਅੰਦਰ। ਨਹੀਂ, ਤੇ ਫਿਰ ਅਗਰ ਤੁਸੀਂ ਵੇਚੋ ਨਾ ਤੇ ਫਿਰ ਤੇ ਸਾਲ ਹਰ ਸਾਲ 'ਚ ਤਾਂ ਬਹੁਤ ਜ਼ਿਆਦਾ ਹੋ ਜਾਂਦੇ ਨੇ। ਬਿਲਕੁਲ। ਇਹਦਾ ਫਾਇਦਾ ਬਿਲਕੁਲ ਇਹੀ ਹੈ। ਅੱਛਾ। ਫਾਇਦਾ ਅਗਰ ਜੇ ਸਮਝੀਏ ਤੇ ਇਹਦਾ ਇਹੀ ਹੈ। ਅੱਛਾ। ਤੁਸੀਂ ਇਹਨਾਂ ਨਾਲ ਜਾਨਵਰ ਪਾਲ ਲਓ, ਬੱਚੇ ਪਾਲ ਲਓ, ਹੂੰ। ਤੇ ਜੇ ਤੁਹਾਨੂੰ ਜ਼ਿਆਦਾ ਜ਼ਰੂਰਤ ਪੈ ਜੇ ਹੂੰ। ਕੁਛ ਨਾ ਸੰਭਾਲ ਲਓ, ਤੁਹਾਨੂੰ ਜ਼ਰੂਰਤ ਦਾ ਟਾਈਮ ਸ਼ਾਦੀ ਜਾਂ ਜਿਸ ਤਰ੍ਹਾਂ ਕੋਈ ਤੁਹਾਡੇ ਮਾਲੂਮਾਤ ਹੋਣ, ਕਾਫੀ ਅੱਛੇ ਪੈਸੇ ਮਿਲ ਜਾਣਗੇ। ਛੋਟੇ ਨਾਲ ਤੁਹਾਨੂੰ ਕੁਝ ਨਹੀਂ ਮਿਲ ਸਕਦਾ। ਠੀਕ ਹੈ। ਜੀ ਯਾਨੀ ਜਾਨਵਰ ਪਾਲ ਕੇ ਤੇ ਉਹਨੂੰ ਵੇਚਣਾ ਫਾਇਦੇਮੰਦ ਹੈ। ਜੀ ਬਿਲਕੁਲ। ਵੈਸੇ ਕਿੰਨੇ ਮਹੀਨੇ ਦਾ ਕਰਕੇ ਜਾਂ ਕਿੰਨੇ ਸਾਲ ਦਾ ਕਰਕੇ ਕੱਟੀ ਜਾਂ ਵੱਛਾ ਵੇਚਣਾ ਚਾਹੀਦਾ ਕਿ ਸਹੀ ਪੈਸੇ ਦੇ? 2.5 ਸਾਲ ਠੀਕ ਹੈ, ਯਾਨੀ ਕਿ ਦੋਂਦੇ ਦੀ ਸ਼ਰਤ ਹੁੰਦੀ ਹੈ। ਹਾਂ। 2.5 ਸਾਲ ਤੱਕ ਤੁਸੀਂ ਸੰਭਾਲ ਲਓ, ਉਸ ਤੋਂ ਬਾਅਦ ਤੁਹਾਨੂੰ ਅੱਛੀ ਕੀਮਤ ਮਿਲ ਜਾਏਗੀ, ਅੱਛੇ ਪੈਸੇ ਮਿਲ ਜਾਣਗੇ। ਠੀਕ ਹੈ। ਤੁਹਾਡਾ ਜੋ ਕੰਮ ਹੈ ਉਹ ਵੀ ਇਨਸ਼ਾਅੱਲਾ ਪੂਰਾ ਹੋ ਜਾਏਗਾ। ਕਿਆ ਤੁਸੀਂ ਕੱਟੇ ਜਾਂ ਵੈੜੇ ਵੱਡੇ ਕਰਕੇ ਕੁਰਬਾਨੀ ਤੇ ਵੀ ਸੇਲ ਕਰਦੇ ਹੋ? ਜੀ ਇਹ ਕੁਰਬਾਨੀ ਲਈ ਖੁਦ ਰੱਖਿਆ ਦਾ, ਸੇਲ ਨਹੀਂ ਕੀਤਾ, ਖੁਦ ਰੱਖਿਆ ਦਾ। ਇਹ ਤੇ ਤੁਹਾਡਾ ਜ਼ਾਤੀ ਹੋ ਗਿਆ ਨਾ। ਜੀ। ਤੇ ਵੈਸੇ ਮੈਂ ਕਹਿੰਦਾ ਕਿ ਅਗਰ ਤੁਹਾਡੇ ਆਨੇ ਜਾਨਵਰ ਨੇ ਸਾਫਦਾਰ ਕੱਟੇ ਔਰ ਬੱਚੇ ਵੀ ਦਿੰਦੇ ਹੋਣੇ ਨੇ ਤੇ ਉਹਨਾਂ ਨੂੰ ਕਦੀ ਕੁਰਬਾਨੀ ਤੇ ਵੀ ਸੇਲ ਕਰਦੇ ਹੋ? ਜੀ ਪਿਛਲੇ ਸਾਲ ਅਸੀਂ ਦਿੱਤਾ ਸੀ ਜੇ 1,70,000 ਰੁਪਏ ਦਾ ਕੁਰਬਾਨੀ ਲਈ। ਝੋਟਾ? ਜੀ ਜੀ। ਜ਼ਬਰਦਸਤ। ਸਰ ਕੋਈ ਮਸਾਇਲ ਸਾਡੇ ਨਾਲ ਡਿਸਕਸ ਕਰੋ ਕਿ ਇਸ ਕੰਮ 'ਚ ਕੋਈ ਮਸਲੇ ਵੀ ਹਨ? ਮਸਲੇ ਸਿਰਫ ਇਹੀ ਨੇ, ਜਿਹੜਾ ਨਾ ਮਹਿੰਗਾਈ ਜਦੋਂ ਹੋ ਜਾਂਦੀ ਹੈ ਨਾ, ਉਦੋਂ ਜ਼ਰਾ ਥੋੜੀ ਤੰਗੀ ਹੁੰਦੀ ਹੈ। ਕੀਮਤਾਂ ਦਾ ਵੱਧ ਜਾਣਾ। ਜੀ ਕੀਮਤਾਂ ਵੱਧ ਜਾਣ, ਜੇ ਦੁੱਧ ਮਹਿੰਗਾ ਹੋਇਆ ਫਿਰ ਵਾਮ ਜਾਣਾ ਜ਼ਰਾ ਪਰੇਸ਼ਾਨ ਹੋ ਜਾਂਦੀ, ਹੁਣ ਕੀ ਹੋਏਗਾ। ਤੇ ਜ਼ਾਹਿਰ ਹੈ ਸਾਡਾ ਵੀ ਜਿਹੜਾ ਨਾ ਕੋਈ ਇਸ ਤਰ੍ਹਾਂ ਹਿਸਾਬ ਕਿਤਾਬ ਹੈ ਉਹਨਾਂ ਦੇ ਨਾਲ ਹੀ, ਜਿਸ ਤਰ੍ਹਾਂ ਉਹ ਚੱਲਦੇ ਨੇ। ਜ਼ਾਹਿਰ ਹੈ ਇੰਜ ਇੱਕ ਦੂਜੇ ਨਾਲ ਚੱਲਣਾ ਪੈਂਦਾ। ਠੀਕ ਹੈ। ਮਸਲਨ ਇੱਕ ਤੁਸੀਂ ਮਸਲਾ ਦੱਸਿਆ ਕਿ ਕੀਮਤਾਂ ਵੱਧ ਰਹੀਆਂ ਨੇ, ਵੰਡਾ ਛੰਡਾ ਮਹਿੰਗਾ ਹੋ ਰਿਹਾ, ਬਿਲਕੁਲ ਦੁੱਧ ਜਿਹੜਾ ਵੇ ਉਹਦੀ ਉਸ ਮਿਕਦਾਰ ਨਾਲ ਕੀਮਤ ਨਹੀਂ ਵੱਧ ਰਹੀ। ਬਿਲਕੁਲ ਇਸ ਤਰ੍ਹਾਂ। ਦੂਸਰਾ ਮਸਲਾ ਤੁਸੀਂ ਇਹ ਸਾਨੂੰ ਦੱਸੋ ਕਿ ਬਿਮਾਰੀਆਂ ਇਹਨਾਂ ਨੂੰ ਕਿਹੜੀਆਂ ਲੱਗ ਸਕਦੀਆਂ ਨੇ ਔਰ ਕਿਹੜੀਆਂ ਲੱਗਦੀਆਂ ਨੇ? ਬਿਮਾਰੀਆਂ ਤਾਂ ਅਲਹਮਦੁਲਿਲਾ ਅੱਲਾਹ ਤੱਕ ਸ਼ੁਕਰ ਹੈ ਕਿ ਸਾਡੇ ਕੋਲ ਜਾਨਾ ਗਵਰਨਮੈਂਟ ਦੇ ਬੰਦੇ ਆਉਂਦੇ ਨੇ, ਕੁਝ ਤਲਕ ਵੀ ਨੇ, ਕੁਝ ਉਹਨਾਂ ਫੋਨ ਕਰਕੇ ਬੁਲਾ ਲਈਦਾ। ਅੱਛਾ। ਤੇ ਕਈ ਐਸੇ ਨੇ ਨਹੀਂ ਆਉਂਦੇ, ਜਾਨੀ ਕਿ ਫੋਨ ਕਰੀਏ ਤਾਂ ਵੀ ਨਹੀਂ ਆਉਂਦੇ। ਸਾਡੇ ਨੇ ਡਾਕਟਰ ਰਜ਼ਵਾਨ ਸਾਹਿਬ ਨੇ, ਡਾਕਟਰ ਮਹਿਮੂਦੁਲ ਹਸਨ ਸਾਹਿਬ ਨੇ, ਠੀਕ ਹੈ। ਉਹਨਾਂ ਨੂੰ ਕਾਲ ਕੀਤੀ ਜਾਂਦੀ, ਉਹ ਬਕਾਇਦਾ ਅਮਲਾ ਲੈ ਕੇ ਆ ਜਾਂਦੇ। ਸਾਡੇ ਸਾਰੇ ਡੰਗਰ ਮਾਸ਼ਾਅੱਲਾ ਵੈਕਸੀਨ ਕਰਕੇ ਜਾਂਦੇ ਨੇ ਉਹ। ਠੀਕ ਤੇ ਹੈ। ਹਰ ਦਫਾ ਹਰ ਸੀਜ਼ਨ ਜੋ ਬਿਮਾਰੀ ਆਉਣ ਵਾਲੀ ਉਹਦੀ ਵੈਕਸੀਨ ਉਹ ਲੱਗ ਕਰਕੇ ਜਾਂਦੇ ਨੇ। ਜ਼ਬਰਦਸਤ। ਯਾਨੀ ਤੁਸੀਂ ਆਪਣੇ ਜਾਨਵਰਾਂ ਨੂੰ ਕੋਈ ਮੇਜਰ ਬਿਮਾਰੀ ਨਹੀਂ ਤੁਸੀਂ ਹਾਲੇ ਤੱਕ ਵੇਖੀ, ਨਹੀਂ ਬਿਲਕੁਲ। ਉਹਦੀ ਵਜ੍ਹਾ ਤੁਸੀਂ ਇਹ ਦੱਸੀ ਹੈ ਕਿ बर वक्त ਵੈਕਸੀਨੇਸ਼ਨ ਕਰਵਾਉਣਾ। ਜੀ ਬਿਲਕੁਲ। ਔਰ ਉਹ ਜਿਹੜੇ ਡਾਕਟਰ ਨੇ
ਉਹ ਪਹਿਲੇ ਤੂੰ ਉਹਨਾਂ ਨੂੰ ਪਤਾ ਹੁੰਦਾ ਕਿ ਫਲਾਣੀ ਫਲਾਣੀ ਬਿਮਾਰੀ ਲੱਗਣੀ ਹੈ, ਵੈਕਸੀਨੇਸ਼ਨ ਕਰ ਜੀ ਦਿੰਦੇ ਉਹਨਾਂ ਨੇ। ਨੂੰ ਵੈਕਸੀਨ ਆ ਜਾਂਦੀ ਹੈ। ਠੀਕ ਹੋ ਗਿਆ। ਯਾਨੀ ਤੁਸੀਂ ਇਹ ਗਵਰਨਮੈਂਟ ਦੀ ਗੱਲ ਕਰ ਰਹੇ ਹੋ ਕਿ ਗਵਰਨਮੈਂਟ ਦੇ ਡਾਕਟਰ ਆ ਰਹੇ ਨੇ, ਕੋਈ ਪ੍ਰਾਈਵੇਟਲੀ ਨਹੀਂ। ਨਹੀਂ ਪ੍ਰਾਈਵੇਟ। ਤੇ ਜਿਹੜੇ ਸਾਡੇ ਨਾਜ਼ਰੀਨ ਨੂੰ ਨਹੀਂ ਪਤਾ, ਉਹ ਆਪਣੇ ਇਲਾਕੇ ਦੇ ਡਾਕਟਰਾਂ ਨਾਲ ਰਾਬਤਾ ਕਰਕੇ ਵੈਟਰਨਰੀ ਦੇ ਉਹ ਕੰਮ ਕਰ ਸਕਦੇ ਨੇ। ਜੀ ਉਹ ਬਿਲਕੁਲ ਕਰਨ, ਸਗੋਂ ਜੇ ਨਹੀਂ ਆਉਂਦੇ ਉਹਨਾਂ ਨੇ ਕੰਪਲੇਂਟ ਕਰ ਲੈਣ। ਅੱਛਾ, ਕੰਪਲੇਨ ਵੀ ਹੋ ਸਕਦੀ ਹੈ ਕਿ ਡਾਕਟਰ ਸਾਡੇ ਤੱਕ ਨਹੀਂ ਕੱਲ ਪਹੁੰਚਦੇ। ਜਾ ਕੇ ਉਹਨਾਂ ਨੇ ਕੰਪਲੇਂਟ ਕਰਕੇ ਆਣ, ਉਹ ਇਨਸ਼ਾਅੱਲਾ ਜ਼ਰੂਰ ਆਣਗੇ। ਸਹੀ ਹੋ ਗਿਆ। ਕਿਉਂਕਿ ਇਨਸਾਨ ਦੀ ਜ਼ਿੰਦਗੀ ਜ਼ਰੂਰੀ ਹੈ ਤੇ ਇਹਨਾਂ ਦੀ ਵੀ ਜ਼ਰੂਰੀ ਹੈ। ਜ਼ਬਰਦਸਤ। ਇਹਨਾਂ ਨੇ ਵੀ ਜਾਨਦਾਰ ਨੇ। ਯਾਨੀ ਤੁਸੀਂ ਦੱਸਿਆ ਕਿ ਬਿਮਾਰੀਆਂ ਦਾ ਮਸਲਾ ਨਹੀਂ, ਇੱਕ ਮਹਿੰਗਾਈ ਦਾ ਮਸਲਾ ਹੈ। ਜੀ ਬਿਲਕੁਲ। ਦੂਸਰਾ, ਤੁਸੀਂ ਇੱਕ ਸਫਾਈ ਬੜੀ ਰੱਖੀ ਹੈ ਆਪਣੇ ਇਸ ਫਾਰਮ ਦੀ। ਮੈਂ ਕਹਿਣਾ ਚਾਹਾਂਗਾ ਕਿ ਇਹ ਸਫਾਈ ਵੀ ਵਜ੍ਹਾ ਜਿਹੜੀ ਤੁਹਾਡੀ ਬਿਮਾਰੀ ਨਹੀਂ ਡੰਗਰਾਂ ਨੂੰ ਲੱਗਦੀਆਂ। ਸਫਾਈ ਤੇ ਅਲਹਮਦੁਲਿਲਾ ਜ਼ਾਹਿਰ ਹੈ, ਜਿੱਥੇ ਕੁੱਤਾ ਵੀ ਪਵੇ ਉਹ ਵੀ ਜਗ੍ਹਾ ਸਾਫ਼ ਕਰਕੇ ਬੰਦਾ ਹੈ। ਤੇ ਇਨਸ਼ਾਅੱਲਾ ਸਿਰਫ ਬੇਬੀ ਡੰਗਰ ਪਾ ਕੇ ਰੱਖੇ ਨੇ ਤੇ ਇਹਨਾਂ ਦੀ ਸਫਾਈ ਜ਼ਰੂਰੀ ਹੁੰਦੀ ਹੈ ਸਾਡੀ। ਸਫਾਈ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਦੇ ਹੋ? ਸਫਾਈ ਪਿਸ਼ਾਬ ਵਗੈਰਾ ਹੈ ਜਿਹਨਾਂ ਕੱਢ ਦਿੰਦਾ ਤੇ ਜਿਹੜਾ ਗੋਬਰ ਕੱਢ ਦਿੰਦਾ ਉਹ ਚੁੱਕ ਲਈਦਾ। ਸਹੀ ਹੈ ਜੀ ਜ਼ਿਆਦਾ ਸਫਾਈ ਆਹੀ। ਠੀਕ ਹੋ ਗਿਆ। ਤੇ ਜਿੱਥੇ ਇਹਨਾਂ ਨੇ ਖਾਣਾ ਜਾਂ ਜਿੱਥੇ ਗਤਾਵਾ ਗਿਆ ਨਾ ਉੱਥੇ ਕੋਨਿਆਂ ਦੇ ਵਿੱਚ ਥੋੜਾ ਰਹਿ ਜਾਂਦਾ, ਜੰਮ ਜਾਂਦਾ, ਸਮੈਲ ਛੱਡ ਜਾਂਦਾ, ਉਹ ਤੁਸੀਂ ਲਾਜ਼ਮੀ ਕੱਢੋ। ਤੇ ਦੂਸਰਾ ਜਿੱਥੇ ਤੁਸੀਂ ਗਤਾਵਾ ਕਰਦੇ ਹੋ ਉਹ ਜਗ੍ਹਾ ਸਾਫ਼ ਜ਼ਿਆਦਾ ਰੱਖੋ ਤੇ ਜਿੱਥੇ ਮੱਝਾਂ ਚੋਈਦਾ ਨਾ ਉਹ ਵੀ ਜਗ੍ਹਾ ਸਾਫ਼ ਰੱਖਣੀ ਚਾਹੀਦੀ। ਜ਼ਬਰਦਸਤ। ਯਾਨੀ ਤੁਸੀਂ ਦੱਸਿਆ ਕਿ ਬਾਜ਼ਗਤ ਖੁਰਲੀਆਂ ਦੇ ਕੋਨਿਆਂ ਤੇ ਗੰਦ ਜਮਾ ਹੋ ਜਾਂਦਾ ਹੈ ਪੱਠਿਆਂ ਦੀ ਸ਼ਕਲ 'ਚ। ਜੀ ਜੀ ਬਿਲਕੁਲ ਇੱਕ ਯੂਨੀਕ ਗੱਲ ਤੁਸੀਂ ਦੱਸੀ ਹੈ। ਪਲੱਸ ਤੁਸੀਂ ਦੱਸਿਆ ਕਿ ਜਿੱਥੋਂ ਉਹਨਾਂ ਨੂੰ ਧਾਰਾਂ ਕੱਢਣੀਆਂ ਨੇ ਉਹ ਜਗ੍ਹਾ ਪਹਿਲੇ ਸਾਫ਼ ਹੋਣੀ ਚਾਹੀਦੀ ਹੈ। ਅੱਛਾ, ਜਿਹੜੇ ਥਣ ਨੇ ਉਹਨਾਂ ਨੂੰ ਕਿਸ ਤਰ੍ਹਾਂ ਸਾਫ਼ ਕੀਤਾ ਜਾਏ, ਕਿਉਂਕਿ ਉਹਨਾਂ ਵਿੱਚ ਜਰਾਸੀਮ ਰਹਿ ਜਾਂਦੇ ਨੇ, ਪਿਸ਼ਾਬ ਲੱਗਾ ਰਹਿੰਦਾ ਹੈ। ਤੁਸੀਂ ਉਹਨਾਂ ਨੂੰ ਕਿੰਨੀ ਦੇਰ ਤੱਕ ਸਾਫ਼ ਕਰਦੇ ਹੋ ਔਰ ਕਿਸ ਤਰ੍ਹਾਂ ਸਾਫ਼ ਕਰਦੇ ਹੋ? ਜੀ ਅਸੀਂ ਤੇ ਕਰਦੇ ਜੀ ਗਰਮ ਪਾਣੀ ਲੈ ਕੇ, ਨੀਮ ਗਰਮ ਪਾਣੀ, ਜ਼ਿਆਦਾ ਗਰਮ ਨਹੀਂ, ਯਾਨੀ ਕਿ ਤੁਸੀਂ ਥਾਂ ਨਹੀਂ ਸਾੜ ਦੋ। ਠੀਕ ਹੈ। ਗਰਮ ਪਾਣੀ ਰੱਖ ਲਓ, ਉਹਦੇ ਨਾਲ ਤੁਸੀਂ ਥਾਂ ਸਾਫ਼ ਕਰਦੇ। ਜੇਕਰ ਯਾਨੀ ਕਿ ਥਾਂ ਜੇ ਖਰਾਬ ਹੋ ਜਾਣ, ਫੁੱਟ ਜਾਣ, ਜਿਵੇਂ ਸਰਦੀ ਹੈ, ਤੁਸੀਂ ਗਰਮ ਪਾਣੀ ਨਾਲ ਸਾਫ਼ ਕਰਕੇ ਵੈਸਲੀਨ ਲਓ, ਵੈਸਲੀਨ ਰੋਜ਼ਾਨਾ ਲਗਾਓ। ਠੀਕ ਹੋ ਗਿਆ। ਅੱਛਾ, ਤੁਸੀਂ ਪਾਣੀ ਦਾ ਵੀ ਬੰਦੋਬਸਤ ਰੱਖਿਆ ਹੋਇਆ, ਜ਼ਰਾ ਸਾਨੂੰ ਪਾਣੀ ਦਾ ਆਪਣਾ ਨਿਜ਼ਾਮ ਵਿਖਾਇਓ। ਨਾ ਕਰਕੇ ਤਾਜ਼ਾ ਭਰਨਾ ਪੈਂਦਾ। ਠੀਕ ਹੈ। ਯਾਨੀ ਤੁਸੀਂ ਰੋਜ਼ਾਨਾ ਜਿਹੜਾ ਨਾ ਉਹ ਭਰਦੇ ਹੋ। ਬਸ ਮੌਸਮ ਚੇਂਜ ਹੋਣ ਦੇ ਨਾ ਉਹ ਪੱਥਰ ਦੇਖੋ ਤੁਸੀਂ ਪਿਆ ਦਾ, ਜੀ ਜੀ। ਉਹ ਪੱਥਰਾਂ ਦੇ ਵਿੱਚ ਲਗਾਉਣਾ ਹੈ, ਕੁਰਲੀ 'ਚ ਵੀ ਲਗਾਇਆ ਤੇ ਇਹਦੇ 'ਚ ਵੀ ਲਗਾਉਣਾ। ਠੀਕ ਹੈ। ਯਾਨੀ ਪਤਾ ਹੈ ਅਸੀਂ ਕੁਰਲੀ 'ਚ ਲਗਵਾਇਆ ਤੇ ਇਹ ਹੁਣ ਪਾਣੀ ਦੀ ਜਗ੍ਹਾ ਤੇ ਲਗਵਾਉਣਾ ਹੈ ਕਿ ਪਾਣੀ ਜ਼ਿਆਦਾ ਮੈਲਾ ਹੋ ਜਾਣਾ ਤੇ ਤੁਹਾਨੂੰ ਫਰਸ਼ ਗੰਦਾ ਹੋਇਆ ਜਿਸ ਤਰ੍ਹਾਂ ਹੋਇਆ ਦਾ। ਜੀ ਜੀ। ਇਹਦੀ ਵਜ੍ਹਾ ਨਾਲ ਕਿਆ ਹੋਏਗਾ, ਨਹੀਂ ਸਾਫ਼ ਰਹੇਗਾ ਪਾਣੀ। ਯਾਨੀ ਉਹ ਜਿਹੜਾ ਘਾਸ ਜੀ ਜੰਮ ਜਾਂਦੀ ਹੈ, ਜੰਗਾਲ ਜੰਗਲਾ। ਜੀ ਜੰਗ ਤੋਂ ਪਾਣੀ ਬਚੇ। ਠੀਕ ਹੋ ਗਿਆ। ਅੱਛਾ ਸਰ, ਕੋਈ ਐਸੀ ਕੋਈ ਕੀਮਤੀ ਗੱਲ ਸਾਨੂੰ ਦੱਸੋ ਕਿ ਨੌਜਵਾਨ ਨੇ ਜਿਹੜੇ ਜੀ ਉਹ ਇਸ ਕਾਰੋਬਾਰ ਦੇ ਵਿੱਚ ਹਿਚਕਿਚਾਉਂਦੇ ਨੇ ਕਿ ਯਾਰ ਇਹ ਗੰਦਾ ਕਾਰੋਬਾਰ ਹੈ, ਇਹਦੀ ਬਦਬੂ ਆਉਂਦੀ ਹੈ। ਕੁਝ ਕਹਿੰਦੇ ਨੇ ਕਿ ਅਸੀਂ ਇਹ ਕਰ ਨਹੀਂ ਸਕਦੇ, ਕੁਝ ਕਹਿੰਦੇ ਨੇ ਕਿ ਇਸ ਕਾਰੋਬਾਰ ਦੇ ਵਿੱਚ ਇਨਵੈਸਟਮੈਂਟ ਬਹੁਤ ਜ਼ਿਆਦਾ ਹੈ। ਅਗਰ ਕੋਈ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਹੈ, ਜੀ ਮੁਖਤਸਰਨ ਸਾਨੂੰ ਦੱਸੋ ਕਿ ਉਹ ਕਿਸ ਤਰ੍ਹਾਂ ਕਰੇ। ਸਰ ਮੈਂ ਜਦੋਂ ਤੱਕ ਜਾਣਦਾ ਕਿ ਮੇਰੇ ਜਿਹੜੇ ਇੱਥੇ ਦੋਸਤ ਨੇ ਜ਼ਿਆਦਾਤਰ ਜਾਂਦੇ ਜਿਮ, ਅੱਛਾ ਉੱਥੇ ਜਾਣ ਦਾ ਫਾਇਦਾ ਕੋਈ ਨਹੀਂ, ਠੀਕ ਹੈ। ਕਿਉਂਕਿ ਸਾਰਾ ਦਿਨ ਉਹਨਾਂ ਫਾਰਗ ਰਹਿਣਾ, ਬਾਅਦ ਚ ਉਹਨਾਂ ਜਿਮ ਚ ਆ ਜਾਣਾ। ਮੈਂ ਕਹਿੰਦਾ ਕਿ ਕੰਮ ਕਰੋ, ਜਿਮ ਤੁਹਾਡੀ ਆਪ ਹੀ ਹੋਣੀ ਹੈ। ਜ਼ਬਰਦਸਤ। ਉੱਥੇ ਪੈਸੇ ਦੇਣਾ ਸਹੀ ਗੱਲ ਹੈ, ਘਰ ਦਾ ਦੁੱਧ ਪੀਓ, ਜਿਮ ਜਾਓ, ਕੋਈ ਟੈਨਸ਼ਨ ਕਿਆ ਨਹੀਂ। ਤੁਸੀਂ ਕਹਿ ਸਕਦੇ ਕਿ ਤੁਸੀਂ ਜਿਮ ਵਾਲਿਆਂ ਨੂੰ ਜ਼ਿਆਦਾ ਸਿਹਤਮੰਦ ਹੋ? ਜੀ ਅਲਹਮਦੁਲਿਲਾ। ਕੀ ਬਾਤ ਹੈ, ਜ਼ਿੰਦਾਬਾਦ। ਸਹੀ ਹੈ। ਕਿਉਂਕਿ ਰੋਜ਼ਾਨਾ ਇੱਥੇ ਪੱਠੇ ਚੁੱਕ ਕੇ ਇੱਥੇ ਪਾਉਂਦੇ ਹੁੰਦੇ ਨੇ ਤੇ ਅਲਹਮਦੁਲਿਲਾ ਮੈਂ ਸਵੇਰ ਆਣਾ ਮੱਝਾਂ ਚੋਦਾ ਰਾਤੀ 9-10 ਵਜੇ ਲੱਗਦਾ। ਠੀਕ। ਯਾਨੀ ਉਹਨਾਂ ਨੂੰ ਫਾਰਗ ਨਹੀਂ ਰਹਿਣਾ ਚਾਹੀਦਾ, ਇਸ ਕੰਮ 'ਚ ਆਉਣਾ ਚਾਹੀਦਾ। ਕੰਮ ਚ ਆਉਣਾ ਚਾਹੀਦਾ, ਉਹਨੂੰ ਪਤਾ ਲੱਗੇ ਕਿ ਇਹ ਕੰਮ ਕੀ ਹੈ। ਫਿਲਹਾਲ ਕੰਮ ਹੈ ਵੈਸੇ ਵੀ ਸਰ। ਜੀ। ਸਹੀ ਹੈ। ਠੀਕ ਹੈ। ਤੁਸੀਂ ਯਾਨੀ ਉਹਨਾਂ ਲੋਕਾਂ ਨੂੰ ਮਸ਼ਵਰਾ ਦਿਓਗੇ ਕਿ ਫਾਰਗ ਨਾ ਰਹੋ, ਇਸ ਕੰਮ 'ਚ ਆਓ ਤੇ ਡਰਨ ਦੀ ਜ਼ਰੂਰਤ ਨਹੀਂ ਕਿ ਇਹ ਕੰਮ ਗੰਦਾ ਵੇ, ਇਹ ਕੰਮ ਮਿਹਨਤ ਤਲਬ ਹੈ, ਮਿਹਨਤ ਕਰਨੀ ਪੈਣੀ ਹੈ। ਜ਼ਾਹਿਰ ਵੀ ਲੋ ਮੈਂ ਡਰੈਸਿੰਗ ਕੀਤੀ ਦੀ ਮਾਸ਼ਾਅੱਲਾ ਜੀ। ਕੋਈ ਐਸੀ ਲੰਗਰ ਵੀ ਰੱਖੇ ਨੇ। ਸਹੀ ਹੈ। ਪਰ ਜਿਸ ਤਰ੍ਹਾਂ ਆ ਫਾਰਗ ਭਾਈ ਵੀ ਦੇਖ ਲਓ ਪਿੱਛੇ। ਹਾਂਜੀ। ਇਹ ਭਾਈ ਇਹਦੀ ਜਿਮ ਜਾਂਦੇ ਨੇ। ਜੀ ਆ ਭਾਈ ਹੋਰੀ ਇੱਕ ਮਹੀਨਾ ਜਿਸ ਬਾਅਦ ਚ ਗਈ ਸਹੀ ਹੈ। ਤੇ ਤੁਸੀਂ ਇਹਨਾਂ ਨੂੰ ਮਸ਼ਵਰਾ ਦੇਣਾ ਚਾਹੁੰਦੇ ਹੋ? ਨਹੀਂ ਆਉਂਦੇ ਕੋ ਹੈਲਪ ਹੁਣ ਜਾਏ ਕਿ ਹੈਲਪ ਮੇਰੀ ਕਰਵਾਉਂਦੇ ਰਹਿਣਾ ਨਾਲ। ਸਹੀ। ਬਹੁਤ ਸ਼ੁਕਰੀਆ ਜੀ, ਬੜੀ ਕੀਮਤੀ ਮਾਲੂਮਾਤ ਤੁਸੀਂ ਦਿੱਤੀ ਹੈ। ਅਸਲਾਮ ਵਾਲੇਕੁਮ।